ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਸਿੱਖ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਛਲੇਰੇ ਦਿਨਾਂ ਤੋਂ ਆਪਾਂ ਸਿੱਖ ਰਾਜ ਦੀ ਬਰਬਾਦੀ ਦੇ ਦਿਨਾਂ ਦੀ ਵਿਚਾਰ ਕਰ ਰਹੇ ਹਾਂ। ਸੋ ਆਪਾਂ ਇਸ ਘਟਨਾ ਨੂੰ ਪਿਛਲੇਰੇ ਦਿਨਾਂ ਦੇ ਵਿੱਚ ਵਿਚਾਰਿਆ ਸੀ। ਫੌਜ ਦੇ ਨਿਰੀਖਣ ਦੇ ਬਹਾਨੇ ਦੇ ਵਿੱਚ ਭਾਈ ਲਹਿਣਾ ਸਿੰਘ, ਅਜੀਤ ਸਿੰਘ ਸੰਧਾਵਾਲੀਏ ਪਰਿਵਾਰ ਦੇ ਵਿੱਚੋਂ ਧਿਆਨ ਸਿੰਘ ਡੋਗਰੇ ਦੇ ਕਹਿਣ 'ਤੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰਦੇ ਹਨ ਅਤੇ ਬਾਅਦ ਦੇ ਵਿੱਚ ਕਿਲ੍ਹੇ ਦੇ ਵਿੱਚ ਪਹੁੰਚ ਕੇ ਜੋ ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ ਹੈ ਕੰਬਰ ਪ੍ਰਤਾਪ ਸਿੰਘ, ਜਿਸ ਦੀ ਉਮਰ ਤਕਰੀਬਨ 11 ਕੁ ਸਾਲ ਹੈ, ਉਸ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ। ਇਹਨਾਂ ਦੋਵਾਂ ਪਿਤਾ ਅਤੇ ਪੁੱਤਰ ਦੇ ਸਿਰ ਵੱਢ ਕੇ ਤਲਵਾਰਾਂ ਦੇ ਉੱਪਰ ਟੰਗ ਕੇ ਲਾਹੌਰ ਦਰਬਾਰ ਦੇ ਕਿਲ੍ਹੇ ਦੇ ਵਿੱਚ ਲਿਜਾਏ ਜਾਂਦੇ ਹਨ। ਧਿਆਨ ਸਿੰਘ ਡੋਗਰਾ, ਭਾਈ ਲਹਿਣਾ ਸਿੰਘ ਸੰਧਾਵਾਲੀਆ, ਅਜੀਤ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਕੁਝ ਹੋਰ ਸਿੱਖ ਰਾਜ ਦੇ ਆਗੂ ਦਰਬਾਰ ਦੇ ਵਿੱਚ ਪਹੁੰਚਦੇ ਹਨ। ਉੱਥੇ ਭਾਈ ਲਹਿਣਾ ਸਿੰਘ ਆਪਣੀ ਤਲਵਾਰ ਤੋਂ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਲਾ ਕੇ ਪਰਾਂ ਸੁੱਟ ਦਿੰਦੇ ਹਨ। ਅਜੀਤ ਸਿੰਘ ਭਾਈ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਦਾ ਸਿਰ ਆਪਣੀ ਤਲਵਾਰ ਤੋਂ ਲਾ ਕੇ ਪਰਾਂ ਸੁੱਟ ਦਿੰਦਾ ਹੈ। ਦਰਬਾਰ ਲਗਾਇਆ ਜਾਂਦਾ ਹੈ। ਦਰਬਾਰ ਦੇ ਵਿੱਚ ਧਿਆਨ ਸਿੰਘ ਡੋਗਰਾ ਕੀ ਕਰਦਾ ਹੈ, ਜੋ ਮਹਾਰਾਜਾ ਸ਼ੇਰ ਸਿੰਘ ਹੈ ਉਸ ਦੇ ਸਿਰ ਦੇ ਉੱਪਰ ਆਪਣਾ ਪੈਰ ਰੱਖ ਕੇ ਕੁਝ ਹੰਕਾਰ ਭਰੀਆਂ ਗੱਲਾਂ ਕਰਦਾ ਹੈ। ਆਪਾਂ ਇੱਥੋਂ ਤੱਕ ਇਤਿਹਾਸ ਨੂੰ ਵਿਚਾਰਿਆ ਸੀ। ਅਗਲੇ ਇਤਿਹਾਸ ਦੀ ਲੜੀ ਵਿਚਾਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਦੇ ਵਿੱਚ ਭਾਈ ਲਹਿਣਾ ਸਿੰਘ ਸੰਧਾਵਾਲੀਆ, ਅਜੀਤ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਕੁਝ ਹੋਰ ਸਿੱਖ ਆਗੂ ਦਰਬਾਰ ਦੇ ਵਿੱਚ ਬੈਠਦੇ ਹਨ। ਮਹਾਰਾਜਾ ਸ਼ੇਰ ਸਿੰਘ ਦਾ ਸਿਰ ਪਿਆ ਦਰਬਾਰ ਦੇ ਵਿੱਚ ਅਤੇ ਕੰਬਰ ਪ੍ਰਤਾਪ ਸਿੰਘ ਦਾ ਸਿਰ ਪਿਆ। ਧਿਆਨ ਸਿੰਘ ਡੋਗਰਾ ਮਹਾਰਾਜਾ ਸ਼ੇਰ ਸਿੰਘ ਦੇ ਸਿਰ ਦੇ ਉੱਪਰ ਆਪਣਾ ਪੈਰ ਰੱਖ ਕੇ ਹੰਕਾਰ ਭਰੀਆਂ ਗੱਲਾਂ ਕਰਦਾ। ਆਪਣੇ ਵੱਲੋਂ ਮਹਾਰਾਜਾ ਸ਼ੇਰ ਸਿੰਘ ਨੂੰ ਸੰਬੋਧਨ ਹੋ ਕੇ ਕਹਿੰਦਾ, ਮਹਾਰਾਜਾ ਸ਼ੇਰ ਸਿੰਘ, ਤੁਸੀਂ ਧਿਆਨ ਸਿੰਘ ਡੋਗਰੇ ਦਾ ਕਤਲ ਕਰਨਾ ਚਾਹੁੰਦੇ ਸੀ,
ਪਰ ਤੁਹਾਨੂੰ ਨਹੀਂ ਪਤਾ ਧਿਆਨ ਸਿੰਘ ਡੋਗਰੇ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। ਇਸ ਤਰ੍ਹਾਂ ਦੇ ਬਚਨ ਕਹੇ ਜਾਂਦੇ ਆ ਮਹਾਰਾਜੇ ਦੇ ਸਿਰ ਦੇ ਉੱਪਰ ਪੈਰ ਰੱਖ ਕੇ ਧਿਆਨ ਸਿੰਘ ਡੋਗਰੇ ਦੇ ਵੱਲੋਂ। ਆਪਾਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਧਿਆਨ ਸਿੰਘ ਡੋਗਰਾ ਆਪਣੇ ਆਪ ਦੇ ਵਿੱਚ ਕਿੰਨਾ ਹੰਕਾਰੀ ਸੀ, ਕਰੂਰ ਭਰੀ ਬਿਰਤੀ ਦਾ ਮਾਲਕ ਸੀ, ਜਿਸ ਨੇ ਸਿੱਖ ਰਾਜ ਦੇ ਵਿੱਚ ਕਿਸੇ ਸਮੇਂ ਸਿਪਾਹੀ ਦੇ ਤੌਰ ਤੇ ਭਰਤੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਦਾ ਚਹੇਤਾ ਬਣਿਆ, ਲਾਹੌਰ ਦਰਬਾਰ ਦਾ ਮੁੱਖ ਮੰਤਰੀ ਬਣਿਆ, ਆਪਣੇ ਭਰਾ ਨੂੰ ਜੰਮੂ ਕਸ਼ਮੀਰ ਦਾ ਬਾਦਸ਼ਾਹ ਬਣਾ ਗਿਆ, ਤੇ ਕਿੰਨੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਜੋ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਕਤਲ ਕਰਵਾ ਗਏ। ਬੜੀ ਕਰੂਰ ਬਿਰਤੀ ਦਾ ਮਾਲਕ ਹੈ। ਇਹਦੇ ਵੱਲੋਂ ਇਹ ਹੰਕਾਰ ਭਰੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਆਖਰ ਲਹਿਣਾ ਸਿੰਘ ਇਹ ਸਵਾਲ ਕਰਦਾ ਹੈ ਵੀ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰ ਦਿੱਤਾ ਹੈ, ਉਹਦੇ ਪੁੱਤਰ ਦਾ ਵੀ ਕਤਲ ਕਰ ਦਿੱਤਾ ਹੈ, ਆਖਰ ਅੱਗੇ ਦੀ ਹੁਣ ਕੀ ਪਲੈਨਿੰਗ ਹੈ, ਅੱਗੇ ਕੀ ਕਰਨਾ ਚਾਹੀਦਾ? ਧਿਆਨ ਸਿੰਘ ਡੋਗਰਾ ਕਹਿੰਦਾ ਵੀ ਆਪਾਂ ਸਾਰੀ ਪਹਿਲਾਂ ਪਲੈਨਿੰਗ ਬਣਾਈ ਹੀ ਹੋਈ ਹੈ, ਗੱਲਾਂ ਵਿਚਾਰੀਆਂ ਵੀ ਆਪਾਂ ਸ਼ੇਰ ਸਿੰਘ ਦਾ ਕਤਲ ਕਰਕੇ ਦਲੀਪ ਸਿੰਘ ਨੂੰ ਤਖਤ ਤੇ ਬਿਠਾਵਾਂਗੇ। ਇਹਦੀ ਉਮਰ 5 ਸਾਲ 11 ਮਹੀਨਿਆਂ ਦੀ ਉਮਰ ਹੈ, 5 ਸਾਲ ਦੀ ਏਜ ਹੈ ਇਹਦੀ। ਇਸ ਬੱਚੇ ਨੂੰ ਤਖਤ ਤੇ ਬਿਠਾਵਾਂਗੇ ਆਪਾਂ, ਇਹਨਾਂ ਗੱਲਾਂ ਨੂੰ ਵਿਚਾਰਿਆ। ਤੇ ਅਜੀਤ ਸਿੰਘ ਜੋ ਲਹਿਣਾ ਸਿੰਘ ਸੰਧਾਵਾਲੀਏ ਦਾ ਭਤੀਜਾ ਹੈ, ਉਹ ਅਗਲਾ ਸਵਾਲ ਕਰਦਾ ਹੈ ਤੇ ਵਜ਼ੀਰ ਕੌਣ ਹੋਵੇਗਾ? ਤਖਤ ਦਾ ਬਾਦਸ਼ਾਹ ਤਾਂ ਦਲੀਪ ਸਿੰਘ ਨੂੰ ਬਣਾ ਦਿੱਤਾ ਜਾਵੇਗਾ, ਵਜ਼ੀਰ ਸਿੰਘ ਕੌਣ ਹੋਵੇਗਾ? ਇਹ ਧਿਆਨ ਸਿੰਘ ਡੋਗਰਾ ਹੰਕਾਰ ਦੇ ਵਿੱਚ ਕਹਿੰਦਾ ਵੀ ਵੇਖੋ ਭਾਈ ਲਹਿਣਾ ਸਿੰਘ, ਭਾਈ ਅਜੀਤ ਸਿੰਘ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੰਗਾਂ ਕੀਤੀਆਂ ਨੇ, ਤਲਵਾਰ ਚਲਾਈ ਹੈ, ਤੁਹਾਨੂੰ ਰਾਜ ਨਹੀਂ ਚਲਾਉਣਾ ਆਉਂਦਾ, ਤੁਹਾਨੂੰ ਰਾਜਨੀਤੀ ਦੇ ਦਾਅ ਪੇਚ ਕੋਈ ਨਹੀਂ ਆਉਂਦੇ, ਤੇ ਵਜ਼ੀਰ ਦਲੀਪ ਸਿੰਘ ਦਾ ਮੈਂ ਬਣਾਂਗਾ। ਜਦ ਕਿ ਇਹਨੇ ਪਹਿਲਾਂ ਇਹ ਗੱਲ ਕਹੀ ਸੀ ਲਹਿਣਾ ਸਿੰਘ ਸੰਧਾਵਾਲੀਏ ਨੂੰ ਵੀ ਤੁਸੀਂ ਸ਼ੇਰ ਸਿੰਘ ਦਾ ਕਤਲ ਕਰ ਦਿਓ, ਤਖਤ ਤੇ ਮਹਾਰਾਜਾ ਦਲੀਪ ਸਿੰਘ ਨੂੰ ਬਿਠਾ ਦੇਵਾਂਗੇ ਤੇ ਤੁਸੀਂ ਉਹਦੇ ਵਜ਼ੀਰ ਬਣ ਜਿਓ। ਮੇਰਾ ਕੀ ਹੈ, ਮੈਂ ਤਾਂ ਹੁਣ ਬਹੁਤ ਸਮਾਂ ਇੱਥੇ ਉੱਚੇ ਅਹੁਦੇ ਤੇ ਵਿਰਾਜਮਾਨ ਰਹੇ ਹਾਂ, ਮੈਂ ਤਾਂ ਥੱਕ ਚੁੱਕੇ ਹਾਂ ਇਹਨਾਂ ਜ਼ਿੰਮੇਵਾਰੀਆਂ ਤੋਂ, ਮੈਂ ਤਾਂ ਹੁਣ ਤੀਰਥਾਂ ਤੇ ਜਾਵਾਂਗਾ, ਇਸ਼ਨਾਨ ਕਰਾਂਗਾ, ਧਰਮ ਦੇ ਕਰਮ ਕਰਾਂਗਾ, ਆਪਣੇ ਗੁਨਾਹਾਂ ਨੂੰ ਬਖਸ਼ਾਵਾਂਗਾ। ਇਹ ਗੱਲ ਕਹੀ ਸੀ ਇਸ ਨੇ, ਪਰ ਇਹ ਹੁਣ ਬਦਲ ਗਿਆ। ਹੁਣ ਇਹ ਕਹਿ ਰਹੇ ਹੈ ਵੀ ਕਿਸੇ ਮਾਤਾ ਨੇ ਇਹੋ ਜਿਹਾ ਤਾਂ ਲਾਲ ਹੀ ਨਹੀਂ ਜੰਮਿਆ ਜਿਹੜਾ ਲਾਹੌਰ ਦਰਬਾਰ ਦਾ ਵਜ਼ੀਰ ਬਣ ਜਾਵੇ ਧਿਆਨ ਸਿੰਘ ਡੋਗਰੇ ਤੋਂ ਬਗੈਰ। ਤੇ ਧਿਆਨ ਸਿੰਘ ਡੋਗਰੇ ਨੇ ਜਦੋਂ ਇਹ ਗੱਲ ਕਹੀ ਨਾ ਵੀ ਮੈਂ ਜੋ ਕਿ ਲਾਹੌਰ ਦਰਬਾਰ ਦਾ ਵਜ਼ੀਰ ਬਣਾਂਗਾ, ਤੁਸੀਂ ਜੇਲਾਂ ਕੱਟੀਆਂ ਨੇ, ਜੰਗਾਂ ਕੀਤੀਆਂ, ਤੁਹਾਨੂੰ ਕੀ ਪਤਾ ਰਾਜਨੀਤੀ ਕੀ ਹੁੰਦੀ ਆ, ਰਾਜ ਪ੍ਰਬੰਧ ਕਿਵੇਂ ਚਲਾਏ ਜਾਂਦੇ ਆ। ਮੈਂ ਬੜੇ ਲੰਬੇਰੇ ਸਮੇਂ ਤੋਂ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਰਿਹਾ ਹਾਂ ਤੇ ਮੈਂ ਹੀ ਇੱਥੋਂ ਦਾ ਵਜ਼ੀਰ ਬਣਾਂਗਾ ਲਾਹੌਰ ਦਰਬਾਰ ਦਾ। ਜਦੋਂ ਇਹ ਗੱਲ ਕਹੀ, ਜੋ ਗਿਆਨੀ ਗੁਰਮੁਖ ਸਿੰਘ ਹੈ ਉਹ ਕੋਲ ਬੈਠਾ ਹੈ, ਉਸਨੇ ਇੱਕ ਗੱਲ ਕਹੀ, ਕਹਿੰਦਾ ਜਦੋਂ ਕੜਾਹਾ ਹੀ ਨਵਾਂ ਲਾ ਲਿਆ ਤੇ ਫਿਰ ਕਦੇ ਵੀ ਖੁਰਚਨੇ ਪੁਰਾਣੇ ਨਹੀਂ ਰੱਖੀ ਦੇ ਹੁੰਦੇ। ਇੰਨੀ ਗੱਲ ਕਹਿਣ ਦੀ ਦੇਰ ਸੀ, ਅਜੀਤ ਸਿੰਘ ਦੇ ਕੋਲ ਜੋ ਵਿਦੇਸ਼ ਦੇ ਵਿੱਚੋਂ ਰਾਈਫਲ ਮੰਗਾਈ ਹੋਈ ਹੈ, ਜਿਹਦੇ ਨਾਲ ਉਹ ਸ਼ੇਰ ਸਿੰਘ ਦਾ ਕਤਲ ਕਰਕੇ ਆਇਆ, ਉਸੇ ਰਾਈਫਲ ਦੇ ਨਾਲ ਅਜੀਤ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਗੋਲੀ ਮਾਰ ਦਿੱਤੀ ਦਰਬਾਰ ਦੇ ਵਿੱਚ ਹੀ। ਕਹਿੰਦਾ ਤੈਨੂੰ ਅਸੀਂ ਵਜ਼ੀਰ ਬਣਾਉਣੇ ਹੈ, ਜਦੋਂ ਅਸੀਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰ ਸਕਦੇ ਹਾਂ, ਤੂੰ ਸਾਡੇ ਸਾਹਮਣੇ ਕੀ ਹਸਤੀ ਰੱਖਦਾ? ਅਜੀਤ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਉਸੇ ਸਮੇਂ ਫਾਇਰ ਮਾਰ ਦਿੱਤਾ। ਆਖਰ ਇਹ ਕੁਝ ਸਮਾਂ ਤੜਫਿਆ
ਤੜਫਦਿਆਂ ਹੋਇਆਂ ਇਸਨੇ ਪਾਣੀ ਵੀ ਮੰਗਿਆ, ਪਰ ਇਹਨੂੰ ਚੇਤਾ ਆ ਗਿਆ ਮਾਤਾ ਚੰਦ ਕੌਰ ਦਾ ਵੀ ਹੁਣ ਇੱਥੇ ਪਾਣੀ ਕੋਈ ਨਹੀਂ ਮਿਲਣਾ, ਕਿਉਂਕਿ ਚੰਦ ਕੌਰ ਨੇ ਇਹ ਗੱਲ ਕਹੀ ਸੀ ਧਿਆਨ ਸਿੰਘ ਡੋਗਰੇ ਨੂੰ ਵੀ ਮੇਰੇ ਪਰਿਵਾਰ ਦੇ ਮੈਂਬਰ, ਮੇਰਾ ਪਤੀ, ਮੇਰਾ ਪੁੱਤਰ ਜਾਂ ਮੇਰਾ ਸਹੁਰਾ ਮਹਾਰਾਜਾ ਰਣਜੀਤ ਸਿੰਘ 5 ਦਰਿਆਵਾਂ ਦੇ ਮਾਲਕ ਰਹੇ ਸਨ, ਪਰ ਕੰਬਰ ਨੌ ਨਿਹਾਲ ਸਿੰਘ ਜਿਹੜਾ ਮੇਰਾ ਪੁੱਤਰ ਸੀ ਉਹ ਪਾਣੀ ਤੋਂ ਪਿਆਸਾ ਹੀ ਚਲਿਆ ਗਿਆ ਇਸ ਦੁਨੀਆ ਦੇ ਵਿੱਚੋਂ। ਤੇ ਮੇਰੀ ਕੇਵਲ ਰੱਬ ਜੀ ਦੇ ਅੱਗੇ ਇਹੀ ਅਰਦਾਸ ਬੇਨਤੀ ਹੈ ਵੀ ਧਿਆਨ ਸਿੰਘ ਡੋਗਰੇ ਜਦੋਂ ਤੇਰੀ ਮੌਤ ਹੋਵੇ ਨਾ ਤੈਨੂੰ ਪਾਣੀ ਦੀ ਘੁੱਟ ਨਾ ਮਿਲੇ। ਇਹ ਧਿਆਨ ਸਿੰਘ ਡੋਗਰੇ ਦੇ ਉਹ ਗੱਲਾਂ ਚੇਤੇ ਆਈਆਂ, ਆਖਰ ਪਾਣੀ ਤਾਂ ਕਿਸ ਨੇ ਪਿਲਾਉਣਾ ਸੀ। ਇਹ ਤੜਫਦਾ ਹੋਇਆ ਧਿਆਨ ਸਿੰਘ ਡੋਗਰਾ ਵੀ ਜਿਹੜਾ ਦੂਸਰਿਆਂ ਨੂੰ ਮੌਤ ਦੇ ਰਸਤੇ ਤੇ ਤੋਰਦਾ ਸੀ, ਖੁਦ ਵੀ ਉਸ ਰਸਤੇ ਤੇ ਆਪ ਚੱਲਿਆ ਗਿਆ। ਭਾਈ ਲਹਿਣਾ ਸਿੰਘ ਸੰਧਾਵਾਲੀਆ, ਅਜੀਤ ਸਿੰਘ ਸੰਧਾਵਾਲੀਆ, ਇਹ ਰਿਸ਼ਤੇਦਾਰੀ ਦੇ ਵਿੱਚ ਆਪਸ ਦੇ ਵਿੱਚ ਚਾਚਾ ਭਤੀਜਾ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੈ, ਸਕਿਆਂ ਦੇ ਵਿੱਚੋਂ। ਇਹ ਉਸ ਸਮੇਂ ਜਦੋਂ ਕਤਲ ਕਰ ਦਿੰਦੇ ਆ, ਬਾਅਦ ਦੇ ਵਿੱਚ ਇੱਕ ਹੋਰ ਸਲਾਹ ਕਰਦੇ ਆ ਵੀ ਇਹਦਾ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੈ ਜਿਹੜਾ ਹੀਰਾ ਸਿੰਘ, ਉਹ ਵੀ ਫੌਜ ਲੈ ਕੇ ਆਇਆ ਹੋਇਆ, ਬੁੱਧੂ ਦੇ ਆਵੇ ਦੇ ਕੋਲ ਬੈਠਾ ਹੋਇਆ, ਉਹਨੂੰ ਵੀ ਬੁਲਾ ਲਓ, ਉਹਦਾ ਵੀ ਕਤਲ ਕਰ ਦਿੰਦੇ ਆ। ਹੁਣ ਜਿੱਥੇ ਧਿਆਨ ਸਿੰਘ ਡੋਗਰੇ ਦਾ ਕਤਲ ਕੀਤਾ ਉਹਦੇ ਪੁੱਤਰ ਦਾ ਵੀ ਕਤਲ ਕਰੋ, ਤਾਂ ਕਿ ਇਹ ਅੱਗੇ ਤੋਂ ਲਾਹੌਰ ਦਰਬਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰਨ। ਇਹਨਾਂ ਵੱਲੋਂ ਲਾਹੌਰ ਦਰਬਾਰ ਦੇ ਵਿੱਚ ਬੈਠ ਕੇ ਇਹ ਸਲਾਹ ਕੀਤੀ ਜਾਂਦੀ ਹੈ। ਤੁਹਾਨੂੰ ਯਾਦ ਹੋਵੇਗਾ ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਇਹ ਵਿਚਾਰਿਆ ਸੀ ਵੀ 15 ਸਤੰਬਰ 1843 ਈਸਵੀ ਨੂੰ ਲਾਹੌਰ ਦਰਬਾਰ ਦੇ ਵਿੱਚ ਫੌਜ ਦੇ ਨਿਰੀਖਣ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ। ਇਸ ਨਿਰੀਖਣ ਦੇ ਦੌਰਾਨ ਹੀ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸਾਰੀਆਂ ਫੌਜਾਂ ਲਾਹੌਰ ਦਰਬਾਰ ਵਿੱਚ ਬੁਲਾਈਆਂ ਹੋਈਆਂ ਸੀ। ਇਹ ਲਹਿਣਾ ਸਿੰਘ ਸੰਧਾਵਾਲੀਆ ਵੀ ਆਪਣੀ ਫੌਜ ਲੈ ਕੇ ਹੀ ਪਹੁੰਚਿਆ ਸੀ ਪਲੈਨਿੰਗ ਦੇ ਤਹਿਤ ਵੀ ਮੈਂ ਆਪਣੀ ਫੌਜ ਦੀ ਤਾਕਤ ਦੇ ਨਾਲ ਸ਼ੇਰ ਸਿੰਘ ਦਾ ਕਤਲ ਕਰਾਂਗਾ ਤੇ ਲਾਹੌਰ ਦਰਬਾਰ ਤੇ ਕਬਜ਼ਾ ਹੋਵੇਗਾ। ਤੇ ਜਦੋਂ ਫੌਜ ਦਾ ਨਿਰੀਖਣ ਕਰਨਾ ਹੈ, ਹੀਰਾ ਸਿੰਘ ਜੋ ਧਿਆਨ ਸਿੰਘ ਡੋਗਰੇ ਦਾ ਪੁੱਤਰ ਆ ਉਹ ਵੀ ਫੌਜ ਲੈ ਕੇ ਪਹੁੰਚਿਆ ਹੋਇਆ ਨਾ, ਉਹਦੀ ਫੌਜ ਹੈ ਜਿਹੜੀ ਉਹ ਬੁੱਧੂ ਦੇ ਆਵੇ ਦੇ ਕੋਲ ਉੱਥੇ ਉਹਨਾਂ ਨੇ ਠਹਿਰਾਵ ਕੀਤਾ ਹੋਇਆ। ਲਹਿਣਾ ਸਿੰਘ ਸੰਧਾਵਾਲੀਆ ਤੇ ਇਹਦਾ ਭਤੀਜਾ ਅਜੀਤ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਜੋ ਹੋਰ ਦਰਬਾਰ ਦੇ ਵਿੱਚ ਉਸ ਸਮੇਂ ਹੈ, ਧਿਆਨ ਸਿੰਘ ਡੋਗਰੇ ਦਾ ਕਤਲ ਕਰਨ ਤੋਂ ਬਾਅਦ ਇਹ ਸਲਾਹ ਕਰਦੇ ਆ ਵੀ ਇਹਦੇ ਪੁੱਤਰ ਦਾ ਵੀ ਕਤਲ ਕੀਤਾ ਜਾਵੇ। ਉਸ ਨੂੰ ਸੁਨੇਹਾ ਭੇਜਿਆ ਜਾਂਦਾ, ਸੁਨੇਹਾ ਲੈ ਕੇ ਇੱਕ ਵਿਅਕਤੀ ਜਾਂਦਾ, ਜਾ ਕੇ ਹੀਰਾ ਸਿੰਘ ਨੂੰ ਕਹਿੰਦਾ ਵੀ ਤੈਨੂੰ ਦਰਬਾਰ ਦੇ ਵਿੱਚ ਨਾ ਤੇਰੇ ਪਿਤਾ ਨੇ ਬੁਲਾਇਆ, ਧਿਆਨ ਸਿੰਘ ਡੋਗਰੇ ਨੇ, ਉਹਨਾਂ ਨੇ ਕੋਈ ਤੈਨੂੰ ਉੱਚਾ ਅਹੁਦਾ ਦੇਣਾ, ਕਿਉਂਕਿ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋ ਗਿਆ, ਉਹਦੇ ਪੁੱਤਰ ਦਾ ਵੀ ਕਤਲ ਕਰ ਦਿੱਤਾ, ਤੇ ਇਸ ਕਰਕੇ ਬਹੁਤ ਹੀ ਕੋਈ ਜ਼ਰੂਰੀ ਗੱਲ ਕਰਨੀ ਹੈ ਵੀ ਤੂੰ ਮੇਰੇ ਨਾਲ ਚੱਲ ਲਾਹੌਰ ਦਰਬਾਰ ਦੇ ਵਿੱਚ। ਇਹ ਜਦੋਂ ਤੁਰਨ ਲੱਗਦਾ ਹੈ, ਇਹਦਾ ਇੱਕ ਉਸਤਾਦ ਹੈ ਪੰਡਿਤ ਜ਼ਿਲ੍ਹਾ, ਬਾਅਦ ਦੇ ਵਿੱਚ ਉਹ ਇਹਦਾ ਸਲਾਹਕਾਰ ਵੀ ਬਣਿਆ, ਉਹ ਹੀਰਾ ਸਿੰਘ ਨੂੰ ਰੋਕ ਲੈਂਦਾ ਵੀ ਤੈਨੂੰ ਜਾਣਾ ਨਹੀਂ ਚਾਹੀਦਾ, ਇਹਦੀ ਗੱਲ ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਕੀ ਪਤਾ ਵੀ ਬੁਲਾਇਆ ਜਾਂ ਨਹੀਂ ਬੁਲਾਇਆ, ਲਾਹੌਰ ਦਰਬਾਰ ਦੇ ਵਿੱਚ ਹੁਣ ਕਤਲ ਹੋ ਕੇ ਹਟੇ ਹੈ, ਜਿਹੜੇ ਹਾਲਾਤ ਨੇ ਉਹ ਸੁਖਾਵੇਂ ਨਹੀਂ, ਤੈਨੂੰ ਇਹਦੀ ਗੱਲ ਤੇ ਯਕੀਨ ਕਰਕੇ ਨਹੀਂ ਜਾਣਾ ਚਾਹੀਦਾ। ਹਾਂ, ਜੇਕਰ ਇਹ ਕੋਈ ਤੇਰੇ ਬਾਪੂ ਦੀ ਕੋਈ ਨਿਸ਼ਾਨੀ ਲੈ ਕੇ ਆਉਂਦਾ ਫਿਰ ਤੈਨੂੰ ਜਾਣਾ ਚਾਹੀਦਾ ਸੀ। ਜਦੋਂ ਇਹ ਗੱਲ ਕਹੀ, ਉਹਦੇ ਸਲਾਹਕਾਰ ਨੇ, ਉਸਤਾਦ ਨੇ, ਜਿਹੜਾ ਵਿਅਕਤੀ ਗਿਆ, ਉਹਨੇ ਧਿਆਨ ਸਿੰਘ ਡੋਗਰੇ ਦੀ ਮੁੰਦਰੀ ਵਿਖਾ ਦਿੱਤੀ ਵੀ ਆਹ ਵੇਖ ਲਓ, ਮੈਨੂੰ ਉਹਨੇ ਮੁੰਦਰੀ ਦੇ ਕੇ ਭੇਜਿਆ, ਨਹੀਂ ਉਹਨੇ ਇਹ ਮੁੰਦਰੀ ਲਾ ਕੇ ਮੈਨੂੰ ਥੋੜ੍ਹੀ ਦੇਣੀ ਸੀ, ਤੁਹਾਨੂੰ ਜਾਣਾ ਚਾਹੀਦਾ।
ਹੀਰਾ ਸਿਉਂ ਉਹ ਮੁੰਦਰੀ ਵੇਖ ਕੇ ਫਿਰ ਤਿਆਰ ਹੋ ਗਿਆ ਵੀ ਮੈਨੂੰ ਜਾਣਾ ਚਾਹੀਦਾ, ਵੀ ਹੁਣ ਤਾਂ ਮੁੰਦਰੀ ਵੀ ਵਿਖਾ ਦਿੱਤੀ ਹੈ, ਇਹਨੂੰ ਜੇ ਮੁੰਦਰੀ ਲਾ ਕੇ ਫੜਾਈ ਹੈ ਫੇਰ ਹੀ ਆਇਆ। ਜਿਹੜਾ ਪੰਡਤ ਜ਼ਿਲ੍ਹਾ ਹੈ ਨਾ ਉਹ ਹੰਡਿਆ ਵਰਤਿਆ, ਰਾਜਨੀਤਿਕ ਤੌਰ 'ਤੇ ਵਧੀਆ ਵਿਅਕਤੀ ਹੈ, ਉਹ ਕਹਿੰਦਾ ਵੀ ਮੁੰਦਰੀ ਤਾਂ ਕੋਈ ਵੀ ਲਾ ਸਕਦਾ ਕਿਸੇ ਦੀ, ਇਹਦਾ ਕੋਈ ਅਸਲ ਨਿਸ਼ਾਨੀ ਨਹੀਂ ਨਾ ਹੈ। ਤੁਹਾਨੂੰ ਚਾਹੀਦਾ ਇਹਨੂੰ ਵਾਪਸ ਭੇਜ ਦੇਵੋ ਅਤੇ ਇਸ ਨੂੰ ਇੱਕ ਗੱਲ ਕਹੋ ਵੀ ਮੇਰੇ ਪਿਤਾ ਤੋਂ ਕੋਈ ਪੱਤਰ ਲਿਖਾ ਕੇ ਲਿਆ, ਅਤੇ ਉਹਦੇ ਸਾਈਨ ਹੋਣੇ ਚਾਹੀਦੇ ਆ ਉੱਪਰ, ਉਹਦੀ ਲਿਖਾਈ ਦੇ ਵਿੱਚ ਉਹਦਾ ਪੱਤਰ ਹੋਣਾ ਚਾਹੀਦਾ। ਇਹ ਹੀਰਾ ਸਿਉਂ ਡੋਗਰਾ ਆਪਣੇ ਉਸਤਾਦ ਦੀ ਸਲਾਹ ਨੂੰ ਮੰਨ ਕੇ ਨਹੀਂ ਗਿਆ। ਹੁਣ ਉਹ ਵਿਅਕਤੀ ਆ ਵਾਪਸ ਚਲਿਆ ਗਿਆ ਖਾਲੀ। ਉਸਨੇ ਜਾ ਕੇ ਦੱਸ ਦਿੱਤਾ ਵੀ ਉਹਨਾਂ ਨੇ ਕਹੇ ਆ ਵੀ ਧਿਆਨ ਸਿਉਂ ਡੋਗਰਾ ਜੇ ਪੱਤਰ ਲਿਖ ਕੇ ਆਪਣੇ ਸਾਈਨ ਕਰਕੇ ਉਹ ਪੱਤਰ ਭੇਜੇ ਤਾਂ ਅਸੀਂ ਲਾਹੌਰ ਦਰਬਾਰ ਦੇ ਵਿੱਚ ਆਵਾਂਗੇ, ਨਹੀਂ ਅਸੀਂ ਆਵਾਂਗੇ। ਹੁਣ ਪੱਤਰ ਕਿਸ ਤੋਂ ਲਿਖਾਇਆ ਜਾਵੇ? ਪੱਤਰ ਤਾਂ ਲਿਖਾਇਆ ਹੀ ਨਹੀਂ ਜਾ ਸਕਦਾ। ਧਿਆਨ ਸਿਉਂ ਡੋਗਰੇ ਦਾ ਤਾਂ ਕਤਲ ਹੋ ਗਿਆ, ਉਹਦੇ ਨਾਂ ਦਸਤਖਤ ਕੀਤੇ ਜਾ ਸਕਦੇ ਆ। ਆਖਰ ਜੋ ਇਹ ਸਲਾਹ ਕੀਤੀ ਗਈ ਸੀ ਵੀ ਉਹਦੇ ਪੁੱਤਰ ਦਾ ਵੀ ਕਤਲ ਕਰੋ, ਇਹ ਸਲਾਹ ਹੈ ਜਿਹੜੀ ਉਹ ਨੇਪਰੇ ਨਹੀਂ ਚੜ੍ਹ ਸਕੀ। ਇਹਦੇ ਵਿੱਚ ਲਹਿਣਾ ਸਿੰਘ ਸੰਧਾਵਾਲੀਆ ਜਾਂ ਹੋਰ ਜੋ ਉੱਥੇ ਦਰਬਾਰ ਦੇ ਵਿੱਚ ਬੰਦੇ ਹਨ ਉਹ ਕਾਮਯਾਬ ਨਹੀਂ ਹੋ ਸਕੇ। ਲਾਹੌਰ ਦਰਬਾਰ ਦੇ ਵਿੱਚ ਲਹਿਣਾ ਸਿੰਘ ਸੰਧਾਵਾਲੀਏ ਦੀ ਫੌਜ ਦਾ ਕਬਜ਼ਾ ਹੈ। ਇਹ ਹੀਰਾ ਸਿਉਂ ਡੋਗਰਾ ਨਹੀਂ ਗਿਆ, ਇਹ ਸਮਝ ਗਿਆ ਵੀ ਹਾਲਾਤ ਹੈ ਜਿਹੜੇ ਉਹ ਅੰਦਰ ਦੇ ਚੰਗੇ ਨਹੀਂ ਹਾਂ। ਲਹਿਣਾ ਸਿੰਘ ਸੰਧਾਵਾਲੀਆ ਇਸ ਤੋਂ ਬਾਅਦ, ਇਹ ਘਟਨਾ ਵਾਪਰਨ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਦੇ ਕੋਲ ਚਲਿਆ ਜਾਂਦਾ। ਮਹਾਰਾਣੀ ਜਿੰਦ ਕੌਰ ਨੂੰ ਜਾ ਕੇ ਇਹ ਗੱਲ ਕਹਿੰਦਾ ਵੀ ਅਸੀਂ ਤੁਹਾਡੇ ਪੁੱਤਰ ਨੂੰ ਤਖਤ ਤੇ ਬਿਠਾਉਣਾ ਚਾਹੁੰਦੇ ਹਾਂ। ਲਹਿਣਾ ਸਿੰਘ ਸੰਧਾਵਾਲੀਆ ਜੇ ਚਾਹੁੰਦਾ ਤਾਂ ਆਪ ਤਖਤ ਤੇ ਬੈਠ ਸਕਦਾ ਸੀ, ਅਜੀਤ ਸਿੰਘ ਵੀ ਬੈਠ ਸਕਦਾ ਸੀ, ਕਿਉਂਕਿ ਬਰਾਬਰ ਦੀ ਤਾਕਤ ਨਹੀਂ ਹੈ ਹੋਰ ਕੋਈ। ਪਰ ਉਹ ਤਖਤ ਤੇ ਨਹੀਂ ਬੈਠੇ। ਕਿਉਂ? ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸਾਡੇ ਤੇ ਇੱਕ ਇਲਜ਼ਾਮ ਲੱਗੇਗਾ ਵੀ ਇਹਨਾਂ ਨੇ ਆਪਣੇ ਲਾਲਚ ਦੀ ਖਾਤਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਜਾਂ ਪੋਤਰੇ ਦਾ ਕਤਲ ਕਰ ਦਿੱਤਾ ਹੈ, ਜਦ ਕਿ ਅਸੀਂ ਤਖਤ ਤੇ ਨਹੀਂ ਬੈਠਣਾ ਚਾਹੁੰਦੇ। ਅਸੀਂ ਕੋਈ ਇਸ ਕਰਕੇ ਨਹੀਂ ਕਤਲ ਕੀਤਾ ਵੀ ਅਸੀਂ ਤਖਤ ਤੇ ਬੈਠਣਾ। ਅਸੀਂ ਜੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕੀਤਾ ਨਾ ਜਾਂ ਉਸਦੇ ਪੁੱਤਰ ਦਾ ਵੀ ਕਤਲ ਕਰ ਦਿੱਤਾ, ਉਹਦਾ ਮਕਸਦ ਇਹ ਸੀ ਜਦੋਂ ਮਹਾਰਾਜਾ ਸ਼ੇਰ ਸਿੰਘ ਤਖਤ ਤੇ ਬੈਠਾ ਉਸ ਸਮੇਂ ਜੋ ਦੋ ਹੋਰ ਸੰਧੇਵਾਲੀਏ ਹਨ, ਅਤਰ ਸਿੰਘ ਹੈ ਜਾਂ ਕਿਹਰ ਸਿੰਘ ਹੈ, ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ ਅਤੇ ਲਹਿਣਾ ਸਿੰਘ ਅਤੇ ਅਜੀਤ ਸਿੰਘ ਇਹ ਦੌੜ ਕੇ ਅੰਗਰੇਜ਼ਾਂ ਕੋਲ ਚਲੇ ਗਏ ਸੀ। ਇਹਨਾਂ ਦੀਆਂ ਜੰਗੀਰਾਂ ਜ਼ਬਤ ਕਰ ਲਈਆਂ ਗਈਆਂ ਸਨ, ਇਸ ਲਈ ਕਤਲ ਕੀਤਾ ਇਹਨਾਂ ਨੇ। ਤੇ ਮਹਾਰਾਜਾ ਰਣਜੀਤ ਸਿੰਘ ਦੇ 7 ਪੁੱਤਰ ਸੀ। 7 ਪੁੱਤਰਾਂ ਦੇ ਵਿੱਚੋਂ ਜੋ ਮੁਲਤਾਨਾ ਸਿੰਘ ਤੇ ਤਾਰਾ ਸਿੰਘ, ਇਹ ਛੋਟੀ ਉਮਰ ਦੇ ਵਿੱਚ ਬਿਮਾਰੀ ਦੇ ਕਾਰਨ ਅਕਾਲ ਚਲਾਣਾ ਕਰ ਗਏ ਸਨ। ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਹੋ ਗਿਆ ਤੇ 2 ਹੋਰ ਪੁੱਤਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ, ਇਹ ਦਾਤਾਰ ਕੌਰ ਦੇ ਪੁੱਤਰ ਸਨ। ਇਹ ਸਿਆਲਕੋਟ ਦੇ ਵਿੱਚ ਰਹਿ ਰਹੇ ਆ, ਆਪਣੀ ਇਹਨਾਂ ਦੀ ਇੱਕ ਛੋਟੀ ਜਿਹੀ ਰਿਆਸਤ ਹੈ, ਬੜੀ ਵਧੀਆ ਸੁਖਮਈ ਜ਼ਿੰਦਗੀ ਗੁਜ਼ਾਰ ਰਹੇ ਹੈ। ਇਹ ਦੋਵੇਂ ਪੁੱਤਰਾਂ ਨੇ ਹੀ, ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੇ, ਲਾਹੌਰ ਦਰਬਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ, ਨਾ ਲਾਹੌਰ ਦਰਬਾਰ ਦਾ ਨੁਕਸਾਨ ਕੀਤਾ ਤੇ ਨਾ ਕਦੇ ਇਹ ਕੋਸ਼ਿਸ਼ ਕੀਤੀ ਵੀ ਅਸੀਂ ਤਖਤ ਤੇ ਬੈਠ ਜਾਈਏ। ਨਾ ਸਿੱਖ ਵਿਅਕਤੀਆਂ ਦਾ ਸਾਥ ਦਿੱਤਾ, ਨਾ ਡੋਗਰਿਆਂ ਦਾ ਸਾਥ ਦਿੱਤਾ। ਇਹ ਵੱਖਰੇ ਹੈ ਲਾਹੌਰ ਦਰਬਾਰ ਦੇ ਨਾਲੋਂ। ਕਸ਼ਮੀਰਾ ਸਿੰਘ ਦਾ ਜਨਮ 1819 ਈਸਵੀ ਦੇ ਵਿੱਚ ਹੋਇਆ ਸੀ, ਪਿਸ਼ੌਰਾ ਸਿੰਘ ਦਾ ਜਨਮ 1821 ਈਸਵੀ ਦੇ ਵਿੱਚ ਹੋਇਆ ਸੀ। ਦਾਤਾਰ ਕੌਰ ਦੇ ਇਹ ਪੁੱਤਰ ਹੈ, ਸਿਆਲਕੋਟ ਵਿੱਚ ਰਹਿ ਰਹੇ ਹੈ।
ਹੁਣ ਇਹ 6 ਪੁੱਤਰਾਂ ਦਾ ਜ਼ਿਕਰ ਹੋ ਚੁੱਕਿਆ ਹੈ। 7ਵਾਂ ਪੁੱਤਰ ਹੈ ਜਿਸ ਦੀ ਉਮਰ 5 ਸਾਲ 11 ਕੁ ਮਹੀਨੇ ਜਾਂ 11 ਦਿਨਾਂ ਦੀ ਹੈ। ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਹੈ। ਜਿਹੜੀਆਂ 5 ਪ੍ਰਮੁੱਖ ਰਾਣੀਆਂ ਸਨ ਮਹਾਰਾਜਾ ਰਣਜੀਤ ਸਿੰਘ ਦੀਆਂ, ਉਹਨਾਂ ਦੇ ਵਿੱਚੋਂ ਮਹਾਰਾਣੀ ਜਿੰਦ ਕੌਰ 5ਵੇਂ ਨੰਬਰ 'ਤੇ ਲਾਸਟ ਰਾਣੀ ਸੀ ਤੇ ਸਭ ਤੋਂ ਨੇੜੇ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੇ, ਸਭ ਤੋਂ ਨੇੜੇ 5 ਰਾਣੀਆਂ ਦੇ ਵਿੱਚੋਂ। ਲਹਿਣਾ ਸਿੰਘ ਸੰਧਾਵਾਲੀਆ ਜਾ ਕੇ ਮਹਾਰਾਣੀ ਜਿੰਦ ਕੌਰ ਨੂੰ ਕਹਿੰਦਾ ਹੈ, ਅਸੀਂ ਤੁਹਾਡੇ ਪੁੱਤਰ ਨੂੰ ਤਖਤ 'ਤੇ ਬਿਠਾਉਣਾ ਚਾਹੁੰਦੇ ਹਾਂ। ਹੁਣ ਹੋਰ ਤਾਂ ਕੋਈ ਸਾਡੇ ਕੋਲ ਰਾਹ ਨਹੀਂ ਹੈ, ਹੋਰ ਕੋਈ ਪੁੱਤਰ ਨਹੀਂ, ਉਸ ਨੂੰ ਬਿਠਾ ਦਿੱਤਾ ਜਾਵੇ। ਜੇ ਅੱਜ ਦੇ ਸਮੇਂ ਵਿੱਚ ਲਾਹੌਰ ਦੇ ਵਿੱਚ ਕੋਈ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ ਤੇ ਉਹ ਮਹਾਰਾਜਾ ਦਲੀਪ ਸਿੰਘ ਹੈ। ਮਹਾਰਾਣੀ ਜਿੰਦ ਕੌਰ ਲਹਿਣਾ ਸਿੰਘ ਸੰਧੇਵਾਲੀਏ ਨੂੰ ਕਹਿੰਦੀ ਹੈ ਵੀ ਵੇਖ, ਮੇਰਾ ਇੱਕੋ ਇੱਕ ਪੁੱਤਰ ਹੈ, ਮੇਰੀ ਗੋਦੀ ਦਾ ਸ਼ਿੰਗਾਰ ਹੈ ਇਹ, ਤੇ ਮੇਰੀਆਂ ਇਸ ਦੇ ਨਾਲ ਅਨੇਕਾਂ ਇੱਛਾਵਾਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਮੈਂ ਵੇਖਿਆ ਪਿਛਲੇਰੇ ਸਮੇਂ ਦੇ ਵਿੱਚ ਜਿਹੜਾ ਵੀ ਲਾਹੌਰ ਦਰਬਾਰ ਦੇ ਤਖਤ 'ਤੇ ਬੈਠਦਾ ਉਹਦਾ ਕਤਲ ਹੋ ਜਾਂਦਾ, ਅਤੇ ਮੈਂ ਆਪਣੇ ਪੁੱਤਰ ਨੂੰ ਤਖਤ 'ਤੇ ਨਹੀਂ ਬਿਠਾਉਣਾ ਚਾਹੁੰਦੀ। ਮੇਰੀਆਂ ਅਨੇਕਾਂ ਇੱਛਾਵਾਂ ਜੁੜੀਆਂ, ਮੇਰਾ ਪਤੀ ਗੁਜ਼ਰ ਚੁੱਕਿਆ, ਮੈਂ ਰੰਡੇਪਾ ਕੱਟ ਰਹੀ ਹੈ। ਜੇਕਰ ਮੇਰੇ ਕੋਲ ਇੱਕੋ ਇੱਕ ਆਸ ਹੈ ਤਾਂ ਉਹ ਮੇਰਾ ਪੁੱਤਰ ਹੈ ਜਿਹਦੇ ਸਹਾਰੇ 'ਤੇ ਮੈਂ ਜ਼ਿੰਦਗੀ ਕੱਟ ਰਹੀ ਹੈ। ਜੇਕਰ ਇਸ ਨੂੰ ਤਖਤ 'ਤੇ ਬਿਠਾ ਦਿੱਤਾ ਗਿਆ ਤੇ ਇਹਦੀ ਜ਼ਿੰਦਗੀ ਦੇ ਵਿੱਚ ਅਨੇਕਾਂ ਮੁਸੀਬਤਾਂ, ਅਨੇਕਾਂ ਦੁੱਖ ਪੈਦਾ ਹੋ ਸਕਦੇ ਆ, ਇਹਦਾ ਕਤਲ ਵੀ ਹੋ ਸਕਦਾ, ਤੇ ਮੈਂ ਇਹ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਨਹੀਂ ਵੇਖ ਸਕਦੀ। ਸਾਰਾ ਕੁਝ ਸਮਝਣ ਦੇ ਬਾਵਜੂਦ ਮੈਂ ਇਸ ਨੂੰ ਤਖਤ 'ਤੇ ਨਹੀਂ ਬਿਠਾਉਣਾ ਚਾਹੁੰਦੀ, ਕਿਉਂਕਿ ਲਾਹੌਰ ਦਰਬਾਰ ਦੇ ਵਿੱਚ ਮਾਹੌਲ ਹੀ ਕੁਝ ਇਸੇ ਤਰ੍ਹਾਂ ਦਾ ਬਣਿਆ ਹੋਇਆ ਵੀ ਤਖਤ 'ਤੇ ਜਿਹੜਾ ਬੈਠਦਾ ਉਹਦਾ ਕਤਲ ਹੋ ਜਾਂਦਾ। ਮੈਂ ਨਹੀਂ ਆਪਣੇ ਪੁੱਤਰ ਨੂੰ ਤਖਤ 'ਤੇ ਬਿਠਾਉਣਾ ਚਾਹੁੰਦੀ, ਤੁਸੀਂ ਕਿਸੇ ਮਰਜ਼ੀ ਨੂੰ ਤਖਤ 'ਤੇ ਬਿਠਾ ਦੇਵੋ। ਲਹਿਣਾ ਸਿੰਘ ਸੰਧਾਵਾਲੀਆ ਕਹਿੰਦਾ ਵੀ ਵੇਖ, ਤੁਹਾਡਾ ਪੁੱਤਰ ਮੇਰਾ ਭਤੀਜਾ ਲੱਗਦਾ, ਮੇਰੇ ਵੀ ਪਰਿਵਾਰ ਦਾ ਮੈਂਬਰ ਹੈ, ਮੈਂ ਇਸ ਦੀ ਹਿਫਾਜ਼ਤ ਕਰਾਂਗਾ। ਮੈਂ ਤੁਹਾਡਾ ਆਪਣਾ ਹੈ ਤੇ ਤੁਹਾਡੇ 'ਤੇ ਵਿਸ਼ਵਾਸ ਕਰਕੇ ਤੁਹਾਡੇ ਕੋਲ ਆਇਆ ਵੀ ਤੁਸੀਂ ਆਪਣੇ ਪੁੱਤਰ ਨੂੰ ਮੇਰੇ ਹਵਾਲੇ ਕਰੋ, ਅਸੀਂ ਇਸ ਨੂੰ ਤਖਤ 'ਤੇ ਬਿਠਾਉਣਾ। ਮਹਾਰਾਣੀ ਜਿੰਦ ਕੌਰ ਕਹਿੰਦੀ ਵੀ ਭਤੀਜਾ ਤਾਂ ਤੁਹਾਡਾ ਕੰਬਰ ਪ੍ਰਤਾਪ ਸਿੰਘ ਵੀ ਸੀ, ਜਿਸ ਦਾ ਤੁਸੀਂ ਹੁਣੇ ਕਤਲ ਕਰਕੇ ਆਏ ਹੋ, ਜਿਹਦਾ ਸਿਰ ਤੁਸੀਂ ਤਲਵਾਰ 'ਤੇ ਟੰਗੀ ਫਿਰਦੇ ਸੀ। ਮਹਾਰਾਜਾ ਸ਼ੇਰ ਸਿੰਘ ਉਹ ਵੀ ਤੁਹਾਡੇ ਪਰਿਵਾਰ ਦਾ ਸੀ, ਜਿਸ ਦਾ ਤੁਸੀਂ ਕਤਲ ਕੀਤਾ। ਮੈਂ ਤੁਹਾਡੇ 'ਤੇ ਕਿਵੇਂ ਵਿਸ਼ਵਾਸ ਕਰ ਲਵਾਂ ਵੀ ਤੁਸੀਂ ਸਾਡੇ ਆਪਣੇ ਹੋ। ਇੱਥੇ ਲਾਹੌਰ ਦਰਬਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਵੀ ਇੱਥੇ ਹੁਣ ਪਤਾ ਨਹੀਂ ਲੱਗ ਰਿਹਾ ਕਿਹੜਾ ਆਪਣਾ ਤੇ ਕਿਹੜਾ ਬੇਗਾਨਾ। ਮੈਂ ਆਪਣੇ ਪੁੱਤਰ ਨੂੰ ਤਖਤ 'ਤੇ ਨਹੀਂ ਬਿਠਾਉਣਾ ਚਾਹੁੰਦੀ। ਹੁਣ ਲਹਿਣਾ ਸਿੰਘ ਸੰਧਾਵਾਲੀਆ ਕਹਿੰਦਾ ਵੀ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ, ਅਸੀਂ ਹੋਰ ਕਿਸ ਨੂੰ ਤਖਤ 'ਤੇ ਬਿਠਾਈਏ, ਤੁਸੀਂ ਆਪਣਾ ਪੁੱਤਰ ਮੇਰੇ ਹਵਾਲੇ ਕਰੋ, ਮੈਂ ਇਸ ਨੂੰ ਤਖਤ ਦਾ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਰ ਮਹਾਰਾਣੀ ਜਿੰਦ ਕੌਰ ਇੱਕ ਔਰਤ ਹੈ, ਉਹ ਸਮਝਦੀ ਹੈ ਵੀ ਲਹਿਣਾ ਸਿੰਘ ਸੰਧਾਵਾਲੀਆ ਹੁਣੇ ਪਰਿਵਾਰ ਦੇ ਮੈਂਬਰ ਦੇ ਕਤਲ ਕਰਕੇ ਆਇਆ, ਜੇ ਮੈਂ ਕੋਸ਼ਿਸ਼ ਵੀ ਕਰਾਂ ਵੀ ਮੈਂ ਆਪਣੇ ਪੁੱਤਰ ਨੂੰ ਇਹਦੇ ਹਵਾਲੇ ਨਾ ਕਰਾਂ, ਇਹਦਾ ਕੀ ਪਤਾ ਹੈ ਕਤਲ ਕਰ ਦੇਵੇ, ਸਾਡੇ ਦੋਹਾਂ ਦਾ ਵੀ ਕਤਲ ਕਰ ਸਕਦਾ। ਮਾਹੌਲ ਇਸ ਤਰ੍ਹਾਂ ਗਰਮਾਇਆ ਹੋਇਆ। ਆਖਰ ਮਹਾਰਾਣੀ ਜਿੰਦ ਕੌਰ ਸਬਰ ਦਾ ਘੁੱਟ ਭਰ ਕੇ ਮਹਾਰਾਜਾ ਦਲੀਪ ਸਿੰਘ ਨੂੰ ਲਹਿਣੇ ਸਿੰਘ ਸੰਧੇਵਾਲੀਏ ਦੇ ਹਵਾਲੇ ਕਰ ਦਿੰਦੀ ਹੈ ਵੀ ਤੂੰ ਲੈ ਜਾ, ਜੇਕਰ ਇਸ ਨੂੰ ਆਪਣੇ ਤਖਤ 'ਤੇ ਬਿਠਾਉਣਾ ਚਾਹੁੰਦਾ ਹੈ, ਜੇਕਰ ਤੇਰੀ ਇਹੀ ਹੀ ਮਰਜ਼ੀ ਆ ਵੀ ਇਹੀ ਤਖਤ 'ਤੇ ਬੈਠੇ। ਕਿਉਂਕਿ ਲਹਿਣਾ ਸਿੰਘ ਸੰਧਾਵਾਲੀਏ ਨੇ ਮਹਾਰਾਣੀ ਜਿੰਦ ਕੌਰ ਨੂੰ ਇਹ ਗੱਲ ਵੀ ਕਹੀ ਹੈ ਆ ਕੇ ਵੀ ਵੇਖ, ਹੋਰ ਕਿਸੇ ਦੇ ਉੱਪਰ ਵੀ ਜਿਹੜੇ ਸਿੱਖ ਸਰਦਾਰ ਹੈ, ਸਿੱਖ ਆਗੂ ਹੈ, ਉਹ ਸਹਿਮਤ ਨਹੀਂ ਹੋ ਰਹੇ,
ਵੀ ਤਖਤ ਤੇ ਜੇਕਰ ਅਸੀਂ ਪਿਸ਼ੌਰਾ ਸਿੰਘ ਨੂੰ ਲਿਆ ਕੇ ਜਾਂ ਕਸ਼ਮੀਰ ਸਿੰਘ ਨੂੰ ਲਿਆ ਕੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਦੇ ਨਾਲ ਸਾਰੇ ਸਿੱਖ ਆਗੂ ਸਹਿਮਤ ਨਹੀਂ, ਪਰ ਜਦੋਂ ਮਹਾਰਾਜਾ ਦਲੀਪ ਸਿੰਘ ਦੀ ਗੱਲ ਹੁੰਦੀ ਆ ਉਦੋਂ ਸਾਰੇ ਸਿੱਖ ਆਗੂ ਸਹਿਮਤ ਹੁੰਦੇ ਆ ਵੀ ਹਾਂ ਉਸ ਨੂੰ ਤਖਤ ਤੇ ਬਿਠਾਵੋ, ਇਸ ਕਰਕੇ ਸਾਡੇ ਕੋਲ ਹੋਰ ਕੋਈ ਰਾਹ ਨਹੀਂ। ਮਹਾਰਾਣੀ ਜਿੰਦ ਕੌਰ ਨੇ ਆਪਣਾ ਪੁੱਤਰ ਲਹਿਣਾ ਸਿੰਘ ਸੰਧਾਵਾਲੀਏ ਨੂੰ ਸੌਂਪ ਦਿੱਤਾ ਵੀ ਲੈ ਜਾ। ਜਿਹੜੀ ਕੋਈ ਵੀ ਮਾਤਾ ਹੈ ਨਾ ਉਹ ਆਪਣੇ ਪੁੱਤਰ ਦੇ ਲਈ ਸੁੱਖਾਂ ਦੀ ਅਰਦਾਸ ਤਾਂ ਕਰ ਸਕਦੀ ਹੈ, ਰੱਬ ਜੀ ਦੇ ਅੱਗੇ ਸੁੱਖ ਮੰਗ ਸਕਦੀ ਹੈ, ਪਰ ਝੋਲੀ ਦੇ ਵਿੱਚ ਸੁੱਖ ਪਾ ਨਹੀਂ ਸਕਦੀ। ਕੋਈ ਵੀ ਸਤਿਕਾਰਯੋਗ ਮਾਤਾ ਹੈ ਉਹ ਆਪਣੀ ਔਲਾਦ ਦੇ ਲਈ ਸੁੱਖ ਦੇ ਲਈ ਅਰਦਾਸ ਤਾਂ ਕਰ ਸਕਦੀ ਹੈ ਵੀ ਮੇਰੇ ਪੁੱਤਰ ਦੇ ਜੀਵਨ ਦੇ ਵਿੱਚ ਸੁੱਖ ਪੈਦਾ ਹੋਣ, ਸੁੱਖ ਮੰਗ ਸਕਦੀ ਹੈ, ਝੋਲੀ ਦੇ ਵਿੱਚ ਪਾ ਨਹੀਂ ਸਕਦੀ। ਆਖਰ ਮਹਾਰਾਣੀ ਜਿੰਦ ਕੌਰ ਵੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਹੀ ਕਰ ਸਕਦੀ ਹੈ, ਮਹਾਰਾਜਾ ਦਲੀਪ ਸਿੰਘ ਦੇ ਝੋਲੀ ਦੇ ਵਿੱਚ ਸੁੱਖ ਨਹੀਂ ਪਾ ਸਕਦੀ। ਉਸਨੇ ਆਪਣੇ ਮਨ ਹੀ ਮਨ ਦੇ ਵਿੱਚ ਕਹਿਆ ਵੀ ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਕਿਰਪਾ ਕਰੇ, ਬਖਸ਼ਿਸ਼ ਕਰੇ, ਤੇਰਾ ਜੀਵਨ ਵਧੀਆ ਹੋਵੇ, ਤਖਤ ਦੇ ਉੱਪਰ ਬੈਠਣ ਤੋਂ ਬਾਅਦ ਤੇਰੀ ਜ਼ਿੰਦਗੀ ਦੇ ਵਿੱਚ ਕਦੇ ਮੁਸੀਬਤਾਂ ਪੈਦਾ ਨਾ ਹੋਣ, ਦੁੱਖ ਨਾ ਪੈਦਾ ਹੋਣ। ਆਪਣੇ ਵੱਲੋਂ ਸਿਰਫ ਮਹਾਰਾਣੀ ਜਿੰਦ ਕੌਰ ਇੰਨਾ ਹੀ ਕਰ ਸਕੀ ਹੈ। ਉਹਨੇ ਕੋਸ਼ਿਸ਼ ਕੀਤੀ ਵੀ ਮੇਰੇ ਪੁੱਤਰ ਨੂੰ ਤਖਤ ਤੇ ਨਾ ਬਿਠਾਇਆ ਜਾਵੇ, ਪਰ ਉਸ ਨੂੰ ਝੁਕਣਾ ਪੈ ਗਿਆ ਲਹਿਣਾ ਸਿੰਘ ਸੰਧਾਵਾਲੀਏ ਦੇ ਸਾਹਮਣੇ। ਲਹਿਣਾ ਸਿੰਘ ਸੰਧਾਵਾਲੀਆ 5 ਸਾਲ ਦੇ ਮਾਸੂਮ ਬੱਚੇ ਨੂੰ ਪਕੜ ਕੇ ਲਿਜਾ ਰਿਹਾ ਤਖਤ ਦੇ ਵੱਲ, ਤਖਤ ਤੇ ਬਿਠਾਉਣਾ, ਬਾਦਸ਼ਾਹ ਬਣਾਉਣਾ ਉਸ ਨੂੰ। ਤੇ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਤਖਤ ਤੇ ਬੈਠਦਾ ਹੈ ਨਾ ਨਵਾਂ ਬਾਦਸ਼ਾਹ, ਤਾਂ ਬੜੀ ਵੱਡੀ ਪੱਧਰ ਤੇ ਪ੍ਰੋਗਰਾਮ ਕੀਤਾ, ਖੁਸ਼ੀਆਂ ਮਨਾਈਆਂ ਜਾਂਦੀਆਂ, ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ, ਰਸਤੇ ਦੇ ਵਿੱਚ ਫੁੱਲ ਵਿਛਾਏ ਜਾਂਦੇ ਹੈ। ਪਰ ਇਹ ਮਾਸੂਮ ਬੱਚਾ ਦਲੀਪ ਸਿੰਘ ਬਾਦਸ਼ਾਹ ਬਣਨ ਲੱਗਿਆ, ਕੋਈ ਖੁਸ਼ੀ ਦੇ ਪ੍ਰੋਗਰਾਮ ਨਹੀਂ, ਕੋਈ ਫੁੱਲਾਂ ਦੀ ਵਰਖਾ ਨਹੀਂ ਹੋ ਰਹੀ, ਕੋਈ ਰਸਤੇ ਦੇ ਵਿੱਚ ਫੁੱਲ ਨਹੀਂ ਵਿਖੇਰੇ ਗਏ। ਜੇਕਰ ਰਸਤੇ ਦੇ ਵਿੱਚ ਵਿਖਰਿਆ ਹੋਇਆ ਤੇ ਉਹ ਆਪਣਿਆਂ ਦੀਆਂ ਲਾਸ਼ਾਂ ਪਈਆਂ ਨੇ, ਖੂਨ ਡੁੱਲਿਆ ਹੋਇਆ। ਇਸ ਤਰ੍ਹਾਂ ਦਾ ਮਾਹੌਲ ਹੈ ਲਾਹੌਰ ਦਰਬਾਰ ਦਾ। ਇਸ ਨੂੰ ਲਾਹੌਰ ਦਰਬਾਰ ਦੇ ਵਿੱਚ ਲਿਜਾਇਆ ਗਿਆ ਤੇ ਇਸ ਬੱਚੇ ਨੂੰ ਤਖਤ ਤੇ ਬਿਠਾ ਕੇ ਬਾਦਸ਼ਾਹ ਘੋਸ਼ਿਤ ਕੀਤਾ ਗਿਆ ਵੀ ਅੱਜ ਤੋਂ ਬਾਅਦ ਸਿੱਖ ਰਾਜ ਦਾ ਜੋ ਬਾਦਸ਼ਾਹ ਉਹ ਮਹਾਰਾਜਾ ਦਲੀਪ ਸਿੰਘ ਹੋਵੇਗਾ। ਤੇ ਲਹਿਣਾ ਸਿੰਘ ਮਜੀਠੀਆ ਗਿਆਨੀ ਗੁਰਮੁਖ ਸਿੰਘ ਨੂੰ, ਇਹ ਬੜਾ ਵਧੀਆ ਵਿਅਕਤੀ ਸੀ, ਧਾਰਮਿਕ ਵਿਅਕਤੀ ਸੀ, ਇਸ ਨੂੰ ਕਹਿਆ ਵੀ ਤੁਸੀਂ ਮਹਾਰਾਜਾ ਦਲੀਪ ਸਿੰਘ ਦੇ ਤਿਲਕ ਲਾਵੋ। ਪਰ ਤਿਲਕ ਹੈ ਨਾ ਜਿਹੜਾ ਉਹ ਕੇਸਰ ਦਾ ਨਹੀਂ ਲਾਉਣਾ। ਜਿਹੜੀ ਲਾਹੌਰ ਦਰਬਾਰ ਦੇ ਵਿੱਚ ਧਿਆਨ ਸਿੰਘ ਡੋਗਰੇ ਦੀ ਲਾਸ਼ ਪਈ ਹੈ ਨਾ ਉਹਦੇ ਖੂਨ ਦਾ ਤਿਲਕ ਲਾਉਣਾ ਹੈ। ਲਹਿਣਾ ਸਿੰਘ ਸੰਧਾਵਾਲੀਏ ਨੇ ਗਿਆਨੀ ਗੁਰਮੁਖ ਸਿੰਘ ਨੂੰ ਇਹ ਗੱਲ ਕਹੀ ਤੇ ਮਹਾਰਾਣੀ ਜਿੰਦ ਕੌਰ ਵੀ ਦਰਬਾਰ ਦੇ ਵਿੱਚ ਆ, ਬਾਕੀ ਸਿੱਖ ਆਗੂ ਵੀ ਨੇ ਤੇ ਗਿਆਨੀ ਗੁਰਮੁਖ ਸਿੰਘ ਨੇ ਜੋ ਲਾਹੌਰ ਦਰਬਾਰ ਦੇ ਵਿੱਚ ਧਿਆਨ ਸਿੰਘ ਡੋਗਰੇ ਦੀ ਲਾਸ਼ ਪਈ ਹੈ, ਜਿਹਦੇ ਮਨ ਦੀ ਇੱਛਾ ਇਹ ਸੀ ਵੀ ਕਿਸੇ ਸਮੇਂ ਅਸੀਂ ਸਿੱਖ ਰਾਜ ਦੇ ਬਾਦਸ਼ਾਹ ਬਣਨਾ, ਉਹਦੀ ਲਾਸ਼ ਦੇ ਵਿੱਚ ਅੰਗੂਠਾ ਲਵੇੜ ਕੇ ਖੂਨ ਦੇ ਨਾਲ ਮਹਾਰਾਜਾ ਦਲੀਪ ਸਿੰਘ ਦੇ ਮੱਥੇ ਤੇ ਤਿਲਕ ਲਾਇਆ ਗਿਆ। ਤੇ ਮਹਾਰਾਣੀ ਜਿੰਦ ਕੌਰ ਉੱਥੇ ਬੇਵੱਸ ਹੋਈ ਖੜੀ ਹੈ ਦਰਬਾਰ ਦੇ ਵਿੱਚ। ਉਹ ਸੋਚ ਰਹੀ ਹੈ ਵੀ ਜਿਹੜਾ ਮੇਰਾ ਪੁੱਤਰ ਜਦੋਂ ਤਖਤ ਤੇ ਬੈਠ ਰਿਹਾ, ਇਹਦੇ ਮੱਥੇ ਤੇ ਖੂਨ ਦੇ ਤਿਲਕ ਲਾਏ ਜਾ ਰਹੇ ਹੈ, ਇਹਦੀ ਜ਼ਿੰਦਗੀ ਦੇ ਵਿੱਚ ਦੁੱਖ ਪੈਦਾ ਹੋਣਗੇ ਹੀ ਹੋਣਗੇ। ਆਖਰ ਮਹਾਰਾਜਾ ਦਲੀਪ ਸਿੰਘ ਨੂੰ ਬਾਦਸ਼ਾਹ ਬਣਾ ਦਿੱਤਾ ਗਿਆ। ਲਾਹੌਰ ਦਰਬਾਰ ਤੋਂ ਕੁਝ ਦੂਰੀ ਤੇ ਹੀਰਾ ਸਿੰਘ ਡੋਗਰਾ ਬੈਠਾ ਹੈ ਆਪਣੀ ਫੌਜ ਦੇ ਨਾਲ। ਇਹ ਲਾਹੌਰ ਦਰਬਾਰ ਦੇ ਵਿੱਚ ਤਾਂ ਗਿਆ ਨਹੀਂ, ਇਹਨੂੰ ਬੁਲਾਇਆ ਸੀ। ਅੰਦਰ ਲਾਹੌਰ ਦਰਬਾਰ ਦੇ ਲਹਿਣਾ ਸਿੰਘ ਸੰਧਾਵਾਲੀਏ ਦੀ ਫੌਜ ਹੈ, ਇਹ ਬਾਹਰ ਬੈਠਾ ਹੈ। ਇਸ ਨੂੰ ਸੁਨੇਹਾ ਮਿਲਿਆ ਵੀ ਲਾਹੌਰ ਦਰਬਾਰ ਦੇ ਵਿੱਚ ਮੇਰੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਲਹਿਣਾ ਸਿੰਘ ਸੰਧਾਵਾਲੀਏ ਵੱਲੋਂ। ਇਹ ਉੱਥੇ ਬੈਠ ਕੇ ਬਹੁਤ ਜ਼ਿਆਦਾ ਰੋਂਦਾ ਹੈਗਾ, ਦੁੱਖ ਮਨਾਉਂਦਾ ਆਪਣੇ ਪਿਤਾ ਦੇ ਕਤਲ ਹੋਣ ਤੇ।
ਜਿਹੜਾ ਇਸ ਦਾ ਸਲਾਹਕਾਰ ਹੈ ਨਾ ਪੰਡਤ ਜ਼ਿਲ੍ਹਾ, ਉਹ ਇਹਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦਾ ਹੈ ਵੀ ਤੂੰ ਇੱਕ ਚੰਗਾ ਰਾਜਨੀਤਿਕਵਾਨ ਵਿਅਕਤੀ ਨਹੀਂ ਹੈ। ਰਾਜਨੀਤੀ ਦਾ ਇੱਕ ਅਸੂਲ ਹੈ ਵੀ ਰਾਜਨੀਤੀ ਕਦੇ ਵੀ ਆਪਣੇ ਅੱਖ ਦੇ ਵਿੱਚ ਹੰਝੂ ਲੈ ਕੇ ਨਹੀਂ ਆਉਂਦੀ। ਰਾਜਨੀਤੀ ਹਮੇਸ਼ਾ ਦੂਸਰਿਆਂ ਦੇ ਅੱਖਾਂ ਦੇ ਵਿੱਚ ਹੰਝੂ ਪੈਦਾ ਕਰਦੀ ਹੈ। ਸਿਆਸਤ ਦਾ ਇਹੀ ਅਸੂਲ ਹੈ। ਚੰਗਾ ਸਿਆਸਤੀ ਵਿਅਕਤੀ ਕਦੇ ਵੀ ਜ਼ਿੰਦਗੀ ਦੇ ਵਿੱਚ ਰੋਂਦਾ ਨਹੀਂ, ਦੂਸਰਿਆਂ ਨੂੰ ਰਵਾਉਂਦਾ ਹੈ। ਤੇ ਤੂੰ ਇੱਕ ਚੰਗਾ ਰਾਜਨੀਤਿਕਵਾਨ ਨਹੀਂ ਹੈ। ਮਹਾਰਾਜਾ ਹੀਰਾ ਸਿਉਂ ਥੋੜਾ ਜਿਹਾ ਹੌਸਲਾ ਕਰ ਤੇ ਕੋਸ਼ਿਸ਼ ਕਰ, ਇਸ ਤਰ੍ਹਾਂ ਡਾਵਾਂਡੋਲ ਨਾ ਹੋ। ਜਿਨ੍ਹਾਂ ਨੇ ਤੇਰੇ ਪਿਤਾ ਦਾ ਕਤਲ ਕੀਤਾ ਹੈ ਨਾ, ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਪੈਦਾ ਕਰ, ਜੇਕਰ ਚੰਗਾ ਤੂੰ ਰਾਜਨੀਤਿਕਵਾਨ ਬਣਨਾ। ਜਿਨ੍ਹਾਂ ਲੋਕਾਂ ਨੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਪੈਦਾ ਕੀਤੇ ਹੈ, ਤੇਰੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਤੇਰਾ ਕਤਲ ਕਰਨਾ ਚਾਹੁੰਦੇ ਸੀ, ਤੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਪੈਦਾ ਕਰਨਾ। ਇਸ ਤਰ੍ਹਾਂ ਰੋ ਥੋੜੀ, ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣੇ ਚਾਹੀਦੇ ਹੈ ਜਿਹੜੇ ਅੱਜ ਲਾਹੌਰ ਦਰਬਾਰ ਦੇ ਵਿੱਚ ਨਵਾਂ ਬਾਦਸ਼ਾਹ ਬਣਾ ਕੇ ਖੁਸ਼ੀਆਂ ਮਨਾ ਰਹੇ ਆ। ਪੰਡਤ ਜ਼ਿਲ੍ਹੇ ਨੇ ਇਸ ਨੂੰ ਇਸ ਤਰ੍ਹਾਂ ਦੀ ਸਲਾਹ ਦਿੱਤੀ ਤੇ ਹੀਰਾ ਸਿਉਂ ਡੋਗਰੇ ਨੇ ਹੌਸਲਾ ਕਰਕੇ ਨਾ ਆਪਣੇ ਆਪ ਨੂੰ ਸੰਭਾਲਿਆ ਤੇ ਇਹਨੇ ਇੱਕ ਰਾਏ ਮਸ਼ਵਰਾ ਕੀਤਾ। ਇਹ ਪੰਚਾਂ ਦੇ ਕੋਲ ਚਲਿਆ ਗਿਆ। ਇਹ ਪੰਚ ਕੌਣ ਸਨ? ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਪੰਚ ਬਣਾਏ ਜਾਂਦੇ ਸਨ। ਇਹ ਪੰਚ ਸ਼ਬਦ ਵੀ ਜਪਜੀ ਸਾਹਿਬ ਦੇ ਵਿੱਚੋਂ ਲਿਆ ਗਿਆ ਸੀ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਣ, ਉੱਥੋਂ ਇਹ ਪੰਚ ਸ਼ਬਦ ਲਿਆ ਗਿਆ। ਪੰਚਾਇਤ ਬਣਾਈ ਗਈ, ਪੰਚ ਬਣਾਏ ਰਣਜੀਤ ਸਿੰਘ ਦੇ ਵੱਲੋਂ। ਤੇ ਇਹਨਾਂ ਦਾ ਕੰਮ ਹੁੰਦਾ ਸੀ ਜਦੋਂ ਫੌਜ ਦੇ ਵਿੱਚ ਕੋਈ ਧਾਰਮਿਕ ਮਸਲਾ ਉਲਝ ਜਾਂਦਾ ਉਹਨੂੰ ਹੱਲ ਕਰਨਾ। ਤੇ ਇਹਨਾਂ ਦੇ ਕੋਲ ਪਾਵਰ ਵੀ ਸੀ ਵੀ ਇਹ ਕਿਸੇ ਨੂੰ ਵੀ ਆਪਣੇ ਅੱਗੇ ਤਲਬ ਕਰ ਸਕਦੇ ਸਨ। ਇਹ ਧਾਰਮਿਕ ਮਾਮਲਿਆਂ ਦੇ ਵਿੱਚ ਜੋ ਫੈਸਲੇ ਉਲਝ ਜਾਂਦੇ ਸਨ ਉਹਨਾਂ ਨੂੰ ਸੁਲਝਾਇਆ ਕਰਦੇ ਸੀ। ਪਰ ਸਮਾਂ ਪਾ ਕੇ ਇਹ ਰਾਜਨੀਤਿਕ ਮਸਲਿਆਂ ਦੇ ਵਿੱਚ ਵੀ ਦਖਲ ਅੰਦਾਜ਼ੀ ਕਰਨ ਲੱਗ ਗਏ। ਇਹਨਾਂ ਦੇ ਕੋਲ ਪਾਵਰ ਜ਼ਿਆਦਾ ਆ ਗਈ, ਇਹਨਾਂ ਦੇ ਹੇਠਾਂ ਫੌਜ ਵੀ ਰਹਿਣ ਲੱਗ ਗਈ। ਹੀਰਾ ਸਿਉਂ ਡੋਗਰਾ ਇਹਨਾਂ ਪੰਚਾਂ ਦੇ ਕੋਲ ਚਲਿਆ ਗਿਆ। ਆਖਰ ਹੈ ਤਾਂ ਧਿਆਨ ਸਿਉਂ ਡੋਗਰੇ ਦਾ ਖੂਨ ਦਾ ਪੇਚ ਇਸ ਨੂੰ ਵੀ ਆਉਂਦੇ ਆ, ਗੱਲਾਂ ਕਰਨੀਆਂ ਆਉਂਦੀਆਂ। ਤੇ ਇਸ ਨੇ ਜਾ ਕੇ ਉੱਥੇ ਆਪਣਾ ਰੋਣਾ ਰੋਇਆ ਪੰਚਾਂ ਦੇ ਸਾਹਮਣੇ, ਸਿੱਖ ਸਰਦਾਰਾਂ ਦੇ ਸਾਹਮਣੇ ਵੀ ਵੇਖੋ ਮੇਰੇ ਨਾਲ ਕਿੰਨਾ ਧੱਕਾ ਹੋਇਆ, ਮੇਰੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਲਹਿਣਾ ਸਿੰਘ ਸੰਧਾਵਾਲੀਏ ਦੇ ਵੱਲੋਂ। ਅਸੀਂ ਕੀ ਖੱਟ ਲਿਆ ਲਾਹੌਰ ਦਰਬਾਰ ਦੇ ਵਿੱਚੋਂ? ਸਿਰਫ ਕੀ ਮੇਰੇ ਪਿਤਾ ਦਾ ਇੰਨਾ ਕਸੂਰ ਸੀ ਵੀ ਉਹਨੇ ਖੜਕ ਸਿੰਘ ਨੂੰ ਅੰਗਰੇਜ਼ਾਂ ਦੇ ਕੋਲੋਂ ਰਾਜ ਵੇਚਣ ਤੋਂ ਰੋਕ ਦਿੱਤਾ। ਇਸ ਤਰ੍ਹਾਂ ਦੀਆਂ ਇਹਨੇ ਭਾਵਕ ਗੱਲਾਂ ਕੀਤੀਆਂ ਬਹੁਤ ਹੀ ਜ਼ਿਆਦਾ। ਤੇ ਨਾਲ ਇਸ ਨੇ ਇਹ ਗੱਲ ਕੀਤੀ ਵੀ ਮਹਾਰਾਜਾ ਰਣਜੀਤ ਸਿੰਘ ਦਾ ਮੈਂ ਬਹੁਤ ਚਹੇਤਾ ਸੀ। ਮਹਾਰਾਜਾ ਰਣਜੀਤ ਸਿੰਘ ਉਹਨਾਂ ਆਪਣੇ ਪੁੱਤਰਾਂ ਨੂੰ ਪਿਆਰ ਨਹੀਂ ਸੀ ਕਰਦਾ ਜਿੰਨਾ ਮੈਨੂੰ ਕਰਦਾ ਸੀ। ਮੇਰੇ ਸਿਰਹਾਣੇ 500 ਮੋਹਰਾਂ ਦੀ ਥੈਲੀ ਰੱਖਦਾ ਸੀ ਮਹਾਰਾਜਾ ਰਣਜੀਤ ਸਿੰਘ, ਜਿਹੜੀਆਂ ਤੜਕੇ ਅੰਮ੍ਰਿਤ ਵੇਲੇ ਗਰੀਬਾਂ ਦੇ ਵਿੱਚ ਮੋਹਰਾਂ ਵੰਡ ਦਿੱਤੀਆਂ ਜਾਂਦੀਆਂ ਸਨ। ਮੈਂ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨੇੜੇ ਸੀ, ਮੈਨੂੰ ਉਹ ਬੱਚੜੀ ਕਹਿ ਕੇ ਬੁਲਾਇਆ ਕਰਦਾ ਸੀ। ਤੇ ਮੈਂ ਬਚਪਨ ਤੋਂ ਹੀ ਇੱਥੇ ਲਾਹੌਰ ਦਰਬਾਰ ਦੇ ਵਿੱਚ ਪਲਿਆ, ਤੁਹਾਡੇ ਸਾਹਮਣੇ ਵੱਡਾ ਹੋਇਆ। ਪਰ ਅੱਜ ਕੀ ਹੋ ਰਿਹਾ ਹੈ? ਅੱਜ ਸਾਡੇ ਨਾਲ ਅਨਿਆਂ ਹੋ ਰਿਹਾ ਹੈ। ਮੇਰਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਮੇਰੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਲਹਿਣਾ ਸਿੰਘ ਸੰਧਾਵਾਲੀਏ ਦੇ ਵੱਲੋਂ। ਤੇ ਨਾਲ ਇਸ ਨੇ ਇਹ ਗੱਲਾਂ ਕਹਿ ਦਿੱਤੀਆਂ ਵੀ ਲਹਿਣਾ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਕਤਲ ਕੀਤਾ, ਉਹਦੇ ਪੁੱਤਰ ਦਾ ਕਤਲ ਕਰ ਦਿੱਤਾ, ਉਹਦੇ ਪੋਤਰੇ ਦਾ ਕਤਲ ਕਰ ਦਿੱਤਾ। ਤੁਹਾਨੂੰ ਮੇਰੀ ਮਦਦ ਕਰਨੀ ਚਾਹੀਦੀ ਹੈ। ਤੇ ਮੇਰੇ ਮਨ ਦੀ ਇਹ ਇੱਛਾ ਹੈ ਵੀ ਜਿਹੜੀ ਲਾਹੌਰ ਦਰਬਾਰ ਦੇ ਵਿੱਚ ਮੇਰੇ ਪਿਤਾ ਦੀ ਲਾਸ਼ ਪਈ ਹੈ ਨਾ, ਉਹ ਲਾਸ਼ ਚੁੱਕਣ ਤੋਂ ਪਹਿਲਾਂ ਮੈਂ ਲਹਿਣਾ ਸਿੰਘ ਸੰਧਾਵਾਲੀਏ ਦੀ ਲਾਸ਼ ਵੇਖਣੀ ਚਾਹੁੰਦਾ, ਤੁਸੀਂ ਮੇਰੀ ਮਦਦ ਕਰੋ। ਇਹ ਜਿਹੜੇ ਪੰਚ ਸੀ ਇਹ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਆ ਗਏ। ਹੀਰਾ ਸਿਉਂ ਡੋਗਰੇ ਨੇ ਇੰਨੀਆਂ ਭਾਵਕ ਜੀਆਂ ਗੱਲਾਂ ਕੀਤੀਆਂ, ਉਹਦੀਆਂ ਗੱਲਾਂ ਦੇ ਵਿੱਚ ਆ ਕੇ
ਇਹ ਜਿਹੜੇ ਪੰਚ ਸੀ ਇਹਨਾਂ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਹਿਆ ਵੀ ਤੁਸੀਂ ਲਾਹੌਰ ਦਰਬਾਰ ਤੇ ਹਮਲਾ ਕਰੋ ਆਪਣੀ ਫੌਜ ਦੇ ਨਾਲ। ਜੋ ਸਾਡੇ ਅਧੀਨ ਫੌਜ ਹੈ ਅਸੀਂ ਉਸ ਫੌਜ ਨੂੰ ਤੁਹਾਡੀ ਮਦਦ ਦੇ ਉੱਪਰ ਭੇਜਾਂਗੇ। ਇਹ ਹੀਰਾ ਸਿਉ ਡੋਗਰਾ ਹੁਣ ਲਾਹੌਰ ਦਰਬਾਰ ਤੇ ਆਪਣੇ ਵੱਲੋਂ ਹਮਲਾ ਕਰੇਗਾ। ਲਹਿਣਾ ਸਿੰਘ ਸੰਧੇਵਾਲੀਏ ਦਾ ਕਤਲ ਵੀ ਹੋਣਾ। ਆਪਾਂ ਉਸ ਨੂੰ ਕੱਲ੍ਹ ਨੂੰ ਵਿਚਾਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ